कि मेरे मुंह से जो निकले वही सदाकत है, मेरे मुंह में तुम्हारी ਜ਼ੁਬਾਨ ਥੋੜੇ ਹੈ। ਮੇਰੀ ਮਾਂ ਨੇ ਮੈਨੂੰ ਚੈਲੰਜ ਲਗਾਇਆ ਗੱਲ ਕਹੀ ਸੀ ਕਿ ਇਹ ਮੌਕਾ ਨਹੀਂ ਹੈ ਪੁਰਸਕਾਰ ਲੈਣ ਦਾ। ਲੋਕ ਇਸ ਵੇਲੇ ਸੜਕਾਂ ਤੇ ਨੰਗੇ ਇਸ ਵੇਲੇ ਆਸਮਾਨ ਦੇ ਵਿੱਚ ਬੈਠੇ ਨੇ, ਸਿਰ ਤੇ ਛੱਤ ਕੋਈ ਨਹੀਂ ਹੈਗੀ। ਡਾਕਟਰ ਵਰਿੰਦਰਪਾਲ ਸਿੰਘ ਨੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਸ਼ਹੂਰ ਪ੍ਰਸਿੱਧ ਵਿਗਿਆਨੀ ਨੇ, ਉਹਨਾਂ ਨੂੰ ਕੱਲ੍ਹ ਇਹ ਅਵਾਰਡ ਦਿੱਤਾ ਗਿਆ ਤੇ ਉਹਨਾਂ ਨੇ ਅਵਾਰਡ ਲੈਣ ਤੋਂ ਸਟੇਜ ਤੇ ਨਾ ਕਰਤੀ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਹੈ ਕਿ ਤੁਰੰਤ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣ। ਰਾਹਤ ਇੰਦੌਰੀ ਸਾਹਿਬ ਦੀ ਗਜ਼ਲ ਹੈ ਜਿਹਦੇ ਚੋਂ ਦੋ ਲਾਈਨਾਂ ਆਉਂਦੀਆਂ ਨੇ ਕਿ ਮੇਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ, ਮੇਰੇ ਮੂੰਹ ਮੇ ਤੁਮਾਰੀ ਜ਼ੁਬਾਨ ਥੋੜੇ ਹੈ। ਕਈ ਵਾਰ ਹੁੰਦਾ ਹੈ ਜਦੋਂ ਸੱਤਾ ਡੀਸੈਂਟ ਨੂੰ ਗੁਸਤਾਖੀ ਸਮਝ ਲੈਂਦੀ ਹੈ, ਪਰ ਫਿਰ ਵੀ ਕਿਉਂਕਿ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਕਿਸਾਨ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ ਤੇ ਜ਼ਮੀਨ ਦੇ ਇੱਕ ਵਿਗਿਆਨੀ ਨੇ ਕੱਲ ਕਿਸਾਨਾਂ ਦੇ ਹੱਕ 'ਚ ਨੈਸ਼ਨਲ ਅਵਾਰਡ ਵਾਪਸ ਕੀਤਾ ਹੈ, ਜਿਹਨੂੰ FCI ਗੋਲਡਨ ਜੁਬਲੀ ਅਵਾਰਡ ਆਫ ਐਕਸੀਲੈਂਸ ਇਨ ਪਲਾਂਟ ਨਿਊਟ੍ਰੀਸ਼ਨ, ਜਿਹਦਾ ਮਤਲਬ ਮੋਟਾ ਪੰਜਾਬੀ ਭਾਸ਼ਾ 'ਚ ਇਹ ਹੈ ਕਿ ਯੂਰੀਆ ਦੀ ਵਰਤੋਂ ਕਿਵੇਂ ਘਟਾਈ ਜਾਵੇ, ਘਟਾ ਕੇ ਵੀ ਜਿਹੜੇ ਪੌਦੇ ਹੈ ਉਹਨਾਂ ਦੇ ਪੋਸ਼ਣ ਤੇ ਕੋਈ ਅਸਰ ਨਾ ਪਵੇ। ਇਹ ਰਿਸਰਚ ਹੈ, ਇਹ ਕੀਤੀ ਡਾਕਟਰ ਵਰਿੰਦਰਪਾਲ ਸਿੰਘ ਨੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਸ਼ਹੂਰ ਪ੍ਰਸਿੱਧ ਵਿਗਿਆਨੀ ਨੇ। ਉਹਨਾਂ ਨੂੰ ਕੱਲ੍ਹ ਇਹ ਅਵਾਰਡ ਦਿੱਤਾ ਗਿਆ ਤੇ ਉਹਨਾਂ ਨੇ ਅਵਾਰਡ ਲੈਣ ਤੋਂ ਸਟੇਜ ਤੇ ਨਾ ਕਰਤੀ। ਬੜੇ ਘੱਟ ਮੌਕੇ ਹੁੰਦੇ ਹੈ ਜਦੋਂ ਤੁਸੀਂ ਪਾਵਰ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਆਪਣਾ ਵਿਰੋਧ ਜਤਾਉਂਦੇ ਹੋ ਕਿ ਮੈਂ ਅਵਾਰਡ ਨਹੀਂ ਲੈਣਾ। ਹਾਲਾਂਕਿ ਉਹਨਾਂ ਨੇ ਕਿਸੇ ਦਾ ਕੋਈ ਨਿਰਾਦਰ ਨਹੀਂ ਕੀਤਾ, ਕੋਈ ਅਪਮਾਨ ਨਹੀਂ ਕੀਤਾ, ਬੜੀ ਹਲੀਮੀ ਦੇ ਨਾਲ ਪਰ ਬੜੀ ਦਲੇਰੀ ਦੇ ਨਾਲ ਇਹ ਕਦਮ ਉਹਨਾਂ ਨੇ ਚੁੱਕਿਆ। ਅੱਜ ਡਾਕਟਰ ਵਰਿੰਦਰਪਾਲ ਸਿੰਘ ਕਿਸਾਨਾਂ ਦੇ ਧਰਨੇ 'ਚ ਪਹੁੰਚੇ ਹੈ। ਕੱਲ੍ਹ ਉਹ ਜਿਹੜਾ ਰਸਾਇਣਾਂ ਤੇ ਖਾਦਾਂ ਬਾਰੇ ਮੰਤਰਾਲਾ ਹੈ ਉਹਨਾਂ ਦੀ ਸਟੇਜ ਤੇ ਸੀ, ਉੱਥੇ ਵੀ ਨਾਅਰਾ ਲਾਇਆ ਸੀ ਆਈ ਸਪੋਰਟ ਫਾਰਮਰਸ, ਤੇ ਅੱਜ ਕਿਸਾਨਾਂ ਦੀ ਸਟੇਜ ਤੇ ਹੈ, ਇੱਥੇ ਵੀ ਉਹਨਾਂ ਨੇ ਨਾਅਰਾ ਲਾਇਆ ਆਈ ਸਪੋਰਟ ਫਾਰਮਰਸ। ਡਾਕਟਰ ਵਰਿੰਦਰਪਾਲ ਸਿੰਘ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਉਹ ਕਹਿੰਦੇ ਹੁੰਦੇ ਆ ਕਿ ਜਿਹੜਾ ਤੁਸੀਂ ਉਹ ਜ਼ਮੀਨ ਦੇ ਵਿਗਿਆਨੀ, ਭੂ ਵਿਗਿਆਨੀ, ਅਰਥ ਸਾਇੰਟਿਸਟ, ਇਹ ਜਿਹੜੇ ਲੋਕ ਬੈਠੇ ਹੈ ਇਹ ਆ ਜ਼ਮੀਨ ਦੇ ਜਾਣਕਾਰ, ਜ਼ਮੀਨ ਦੇ ਨਾਲ ਜੁੜੇ ਹੋਏ। ਇਹ ਜਿਹੜੇ ਜ਼ਮੀਨ ਦੇ ਨਾਲ ਜੁੜੇ ਹੋਏ ਲੋਕ ਹੈ, ਇਹਨਾਂ ਦੀ ਗੱਲਬਾਤ ਸਮਝ ਰਹੇ ਹੋ ਤੁਸੀਂ? ਇਹਨਾਂ ਦੀ ਜ਼ਮੀਨ ਦੀ ਜਿਹੜੀ ਆਵਾਜ਼ ਹੈ ਇਸ ਵਕਤ, ਇਹ ਸਮਝ ਰਹੇ ਹੋ? ਇਹੀ ਸਮਝ ਕੇ ਕੱਲ ਅਵਾਰਡ ਤੋਂ ਮੰਗ ਕੀਤੀ ਹੈ? ਬਿਲਕੁਲ ਜੀ ਬਿਲਕੁਲ, ਇਹਨਾਂ ਦੀ ਜ਼ਮੀਨ ਦੀ ਆਵਾਜ਼ ਸਮਝਦੇ ਹਾਂ, ਇਹਨਾਂ ਦੀ ਜ਼ਮੀਰ ਦੀ ਆਵਾਜ਼ ਸਮਝਦੇ ਹਾਂ। ਔਰ ਮੇਰੀ ਜ਼ਮੀਨ ਤੇ ਮੇਰੀ ਜ਼ਮੀਰ ਦਾ ਜਿਹੜਾ ਸੁਮੇਲ ਹੋਇਆ, ਇਸੇ ਕਰਕੇ ਮੈਂ ਅੱਜ ਇਹਨਾਂ ਦੀ ਚਰਨ ਧੂੜ ਲੈਣ ਲਈ ਇੱਥੇ ਆਇਆ। ਅੱਛਾ, ਕੱਲ ਜਦੋਂ ਤੁਸੀਂ ਅਵਾਰਡ ਵਾਪਸ ਕੀਤਾ ਡਾਕਟਰ ਸਾਹਿਬ, ਕਿਵੇਂ ਅਚਾਨਕ ਇਹ ਹੋਇਆ ਕਿ ਮੈਂ ਅਵਾਰਡ ਵਾਪਸ ਹੀ ਕਰਨਾ ਹੈ, ਮਤਲਬ ਲੈਣਾ ਹੀ ਨਹੀਂਗਾ ਵਾਪਸ? ਦੇਖੋ, ਬਚਪਨ ਤੋਂ ਹੀ ਪਰਿਵਾਰ ਨੇ ਸੰਸਕਾਰ ਦਿੱਤੇ ਹੈ, ਮੇਰੇ ਦਾਦਾ ਦਾਦੀ ਜੀ ਨੇ, ਮਾਤਾ ਪਿਤਾ ਜੀ ਨੇ, ਕਿ ਆਪਣੇ ਵੱਲੋਂ ਵਾਹ ਲਾਉਣੀ ਹੈ ਕਿ ਸੱਚ ਦੀ ਗੱਲ ਜਿਹੜੀ ਹੈ ਉਹ ਕਰਨੀ ਹੈ, ਝੂਠ ਦਾ ਕੰਮ ਨਹੀਂ ਕਰਨਾ, ਘਰ ਵਿੱਚ ਪੈਸਾ ਕਮਾ ਕੇ ਲੈ ਕੇ ਆਉਣਾ ਹੈ, ਬਾਹਰੋਂ ਕੋਈ ਆਸ ਨਹੀਂ ਰੱਖਣੀ। ਤੇ ਇਹ ਸਾਰੀਆਂ ਗੱਲਾਂ ਦਿਲ ਵਿੱਚ ਤਾਂ ਸਨ, ਪਰ ਇਹ ਵੀ ਇਹ ਸਰਕਾਰ ਨੂੰ ਮੌਕੇ ਤੇ ਕਹਿਣ ਵਾਲੀ ਜ਼ਰੂਰਤ ਮੇਰੇ ਵਿੱਚ ਨਹੀਂ ਸੀ, ਬਿਲਕੁਲ ਨਹੀਂ ਸੀ। ਸੋ ਮੈਂ ਮਨ ਵਿੱਚ ਘਰੋਂ ਮੰਨ ਕੇ ਚੱਲਿਆ ਸੀ। ਮੇਰੇ ਮਾਤਾ ਜੀ ਨੇ ਵੀ ਮੈਨੂੰ ਚੱਲਣ ਲੱਗਿਆ ਕਿਹਾ ਸੀ, ਬੇਟਾ ਤੂੰ ਪੁਰਸਕਾਰ ਲੈਣ ਚੱਲਿਆ ਤੇ ਇਹ ਮੌਕਾ ਨਹੀਂ ਹੈ ਪੁਰਸਕਾਰ ਲੈਣ ਦਾ। ਇਸ ਗੱਲ ਦੀ ਮੈਂ ਆਪਣੀ ਮਾਂ ਨੂੰ ਵਧਾਈ ਦਿੰਦਾ ਕਿ ਮੇਰੀ ਮਾਂ ਨੇ ਮੈਨੂੰ ਚੈਲੰਜ ਲਗਾਇਆ ਗੱਲ ਕਹੀ ਸੀ ਕਿ ਇਹ ਮੌਕਾ ਨਹੀਂ ਹੈ ਪੁਰਸਕਾਰ ਲੈਣ ਦਾ। ਲੋਕ ਇਸ ਵੇਲੇ ਸੜਕਾਂ ਤੇ ਨੰਗੇ ਇਸ ਵੇਲੇ ਆਸਮਾਨ ਦੇ ਵਿੱਚ ਬੈਠੇ ਨੇ, ਸਿਰ ਤੇ ਛੱਤ ਕੋਈ ਨਹੀਂ ਹੈਗੀ, ਨਿੱਕੀਆਂ ਨਿੱਕੀਆਂ ਬੱਚੀਆਂ ਬੱਚੇ, ਤੇ ਜਦੋਂ ਘਰ ਦੇ ਵਿੱਚ ਕੋਈ ਇਦਾਂ ਦਾ ਮਾਹੌਲ ਹੋਵੇ ਤੇ ਉਸ ਵੇਲੇ ਇਹੋ ਜਿਹੀਆਂ ਖੁਸ਼ੀ ਦੀਆਂ ਰੀਝਾਂ ਨਹੀਂ ਹੁੰਦੀਆਂ ਪੂਰੀਆਂ ਕਿ ਇਨਾਮ ਲੈਣੇ ਨੇ। ਸੋ ਮੈਂ ਆਪਣੀ ਮਾਤਾ ਨੂੰ ਜ਼ਰੂਰ ਕਿਹਾ ਸੀ ਕਿ ਮਾਂ, ਮੈਂ ਤੇਰੇ ਦੁੱਧ ਨੂੰ ਦਾਗ ਨਹੀਂ ਲੱਗਣ ਦੇਵਾਂਗਾ, ਮੈਂ ਜ਼ਰੂਰ ਕੁਛ ਨਾ ਕੁਛ ਇਹੋ ਜਿਹਾ ਹੀ ਕਰਕੇ ਆਵਾਂਗਾ। ਤੇ ਉਹ ਵੀ ਡਰ ਰਹੇ ਸੀ, ਤੂੰ ਕਿਸੇ ਨੂੰ ਪੰਗਾ ਨਾ ਲੈ ਲਈ, ਜਾ ਕੇ ਬਿਪਤਾ ਨਾ ਖੜੀ ਕਰ ਲਈ, ਤੇ ਇੱਥੇ ਕੋਈ ਨਾਲ ਨਹੀਂ ਖੜਦਾ, ਇਹ ਸਾਰੀ ਦੁਨੀਆ ਇਦਾਂ ਦੀ ਹੈ, ਤੇ ਤੂੰ ਜਜ਼ਬਾਤੀ ਨਾ ਹੋਈ। ਤੇ ਮੈਂ ਉਹਨਾਂ ਨੂੰ ਕਿਹਾ, ਮੈਨੂੰ ਨਹੀਂ ਪਤਾ ਮੈਂ ਕੀ ਕਰਨਾ, ਮੈਂ ਤਾਂ ਜਾ ਕੇ ਬੰਗਲਾ ਸਾਹਿਬ ਨਮਸਕਾਰ ਕਰਾਂਗਾ, ਮੈਨੂੰ ਜਿਵੇਂ ਆਦੇਸ਼ ਹੋਵੇਗਾ ਮੈਂ ਉਸ ਤਰ੍ਹਾਂ ਕਰ ਲਵਾਂਗਾ। ਸੋ ਇਦਾਂ ਹੀ ਹੋਇਆ। ਮੈਂ ਬਹੁਤ ਭੈ ਵਿੱਚ ਸਾਂ, ਲੈਣਾ ਮੈਂ ਚਾਹੁੰਦਾ ਨਹੀਂ ਸਾਂ, ਨਾ ਮੈਂ ਕਰਨੀ ਨਹੀਂ ਸਾਂ ਚਾਹੁੰਦਾ, ਪਰ ਜਦੋਂ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਦੀ ਧੂੜ ਨੂੰ ਮਸਤਕ ਤੇ ਲਾਇਆ ਤਾਂ ਮੇਰਾ ਸਾਰਾ ਡਰ ਭਉ ਐਂ ਉੱਡ ਗਿਆ।
ਜਿਵੇਂ ਮੈਂ ਮੰਚ ਤੇ ਵੀ ਗੱਲ ਕਰਕੇ ਆਇਆ, ਮੈਨੂੰ ਐਂ ਲੱਗਿਆ ਮੇਰੇ ਨਾਲ ਬਾਬਾ ਦੀਪ ਸਿੰਘ ਚੱਲ ਰਹੇ ਨੇ, ਮੇਰੇ ਨਾਲ ਨਵਾਬ ਕਪੂਰ ਸਿੰਘ ਨੇ, ਮੇਰੇ ਨਾਲ ਮੇਰੇ ਵੀਰੇ ਜੋਰਾਵਰ ਸਿੰਘ ਫਤਿਹ ਸਿੰਘ ਨੇ, ਤੇ ਮੈਨੂੰ ਬੜਾ ਸਕੂਨ ਮਿਲਿਆ। ਮੈਂ ਇਹ ਵੀ ਗੱਲ ਸੁਣਾਈ ਹੈ ਕਿ ਮੈਂ ਆਪਣੇ ਆਪ ਨੂੰ ਜਿਵੇਂ ਆਪਣੇ ਪਰ ਗੁਰੂ ਨੂੰ ਕੀ ਪਰਖਣਾ ਹੁੰਦਾ, ਮੈਂ ਆਪਣੇ ਵਿਸ਼ਵਾਸ ਨੂੰ ਪਰਖਿਆ। ਮੈਨੂੰ ਐਂ ਲੱਗ ਰਿਹਾ ਸੀ ਮੇਰੇ ਨਾਲ ਇਹ ਸਿੰਘ ਸੂਰਮੇ ਚੱਲ ਰਹੇ ਨੇ, ਪਰ ਜੇ ਸੱਚੀ ਮੁੱਚੀ ਚੱਲ ਰਹੇ ਨੇ ਤਾਂ ਫਿਰ ਇੱਕ ਇੱਦਾਂ ਦਾ ਭਾਣਾ ਵਰਤ ਜਾਵੇ ਕਿ ਇਸ ਹਾਲ ਦੇ ਵਿੱਚ ਜਦੋਂ ਮੈਂ ਅਵਾਰਡ ਲੈਣ ਨਹੀਂ ਜਾਣਾ, ਮੇਰੇ ਮਿੱਤਰ ਨਾਲ ਸਨ ਜਸਪ੍ਰੀਤ ਸਿੰਘ, ਮੈਂ ਆਪਣੇ ਮਨ ਵਿੱਚ ਆਪਣੇ ਅਨੁਭਵ ਵਿੱਚ ਹੀ ਗੱਲਾਂ ਕਰ ਰਿਹਾ ਸੀ ਕਿ ਇਹ ਮੇਰਾ ਵੀਰ ਅੰਦਰ ਚਲਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਅੰਦਰ ਹੋਣ ਵਾਲੀ ਹਰ ਘਟਨਾ ਨੂੰ ਆਪਣੇ ਕੈਮਰੇ 'ਚ ਰਿਕਾਰਡ ਕਰ ਲਵੇ। ਤੇ ਉਹ ਇੱਕ ਇੱਦਾਂ ਦਾ ਥਾਂ ਸੀ ਜਿੱਥੇ ਅੰਤਰਰਾਸ਼ਟਰੀ ਪੱਧਰ ਦਾ ਇਕੱਠ ਸੀ, ਮੰਤਰੀ ਨੇ ਆਉਣਾ ਸੀ, ਸਾਰੇ ਅੰਦਰ ਨਹੀਂ ਸਨ ਜਾ ਸਕਦੇ। ਜਿਸ ਤਰ੍ਹਾਂ ਮੈਂ ਮੰਚ ਤੇ ਵੀ ਦੱਸਿਆ ਕਿ ਮੇਰੇ ਨਾਲ 3 ਵਿਗਿਆਨੀ ਹੋਰ ਨੇ, ਉਹਨਾਂ ਨੂੰ ਵੀ ਸਖਤ ਇਹਦੇ ਤੇ ਰੁਕਾਵਟ ਸੀ, ਉਹਨਾਂ ਨੂੰ ਰੋਕਿਆ ਗਿਆ ਸੀ ਕਿ ਤੁਸੀਂ ਵੀ ਵਰਿੰਦਰਪਾਲ ਸਿੰਘ ਦੇ ਨਾਲ ਅੰਦਰ ਅਵਾਰਡ ਲੈਣ ਵਾਲੀ ਸਮਾਰੋਹ ਵਿੱਚ ਸ਼ਾਮਲ ਨਹੀਂ ਸੀ ਹੋ ਸਕਦੇ। ਤੇ ਇਹ ਤਾਂ ਪੋਸੀਬਲ ਹੀ ਨਹੀਂ ਸੀ ਕਿ ਮੇਰੇ ਨਾਲ ਕੋਈ ਹੋਰ ਬੰਦਾ ਚਲਿਆ ਜਾਂਦਾ। ਜਦ ਮੇਰੀ ਆਪਣੀ ਟੀਮ ਨੂੰ ਇਹ ਆਗਿਆ ਨਹੀਂ ਸੀ ਅੰਦਰ ਜਾਣ ਦੀ, ਤਾਂ ਮੇਰੇ ਨਾਲ ਕਿਸੇ ਗੈਰ ਬੰਦੇ ਨਾਲ ਚਲੇ ਜਾਣਾ ਕਿਵੇਂ ਸੰਭਵ ਸੀ। ਪਰ ਜਿਵੇਂ ਮੈਂ ਬਾਬਾ ਦੀਪ ਸਿੰਘ ਨੂੰ ਕਹਿ ਰਿਹਾ ਹੋਵਾਂ ਕਿ ਮੈਂ ਨਾਲ ਲਿਜਾਣਾ ਚਾਹੁੰਦਾ, ਉਹ ਮੈਨੂੰ ਮੁਸਕਰਾ ਰਹੇ ਹੋਣ, ਅੱਗਿਓਂ ਕੁਝ ਬੋਲ ਨਾ ਰਹੇ ਹੋਣ, ਮੇਰੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਮੈਂ ਅੰਦਰ ਵੜਿਆ ਤੇ ਮੇਰੇ ਮਗਰ ਮੇਰਾ ਵੀਰ ਜਸਪ੍ਰੀਤ ਸਿੰਘ ਵੀ ਮਲਕੜੇ ਆ ਕੇ ਬਹਿ ਗਿਆ ਤੇ ਕਿਸੇ ਨੇ ਉਹਨੂੰ ਕੁਝ ਨਹੀਂ ਪੁੱਛਿਆ, ਤੂੰ ਕੌਣ ਹੈ, ਕਿੱਥੋਂ ਆਇਆ, ਕਿਵੇਂ ਹੈ। ਸੋ ਇਹ ਕਲਾ ਵਰਤ ਰਹੀ ਹੈ ਅਕਾਲ ਪੁਰਖ ਦੀ। ਇਸ ਭਾਣੇ ਨੂੰ ਦੇਖ ਕੇ ਮੇਰਾ ਵਿਸ਼ਵਾਸ ਬਹੁਤ ਪਰਿਪੱਕ ਹੋਇਆ ਕਿ ਸਾਨੂੰ ਕਿਤੋਂ ਵੀ ਘਬਰਾਉਣਾ ਨਹੀਂ ਚਾਹੀਦਾ। ਪਰਮਾਤਮਾ ਸੱਚ ਦਾ ਪ੍ਰਸਾਰ ਦੇਖਣਾ ਚਾਹੁੰਦਾ ਹੈ। ਜੋ ਸੱਚ ਲਈ ਖੜਦੇ ਆ ਉਹ ਤੁਹਾਡੇ ਨਾਲ ਖੜਦਾ ਹੈ, ਉਹ ਇਸ਼ਾਰੇ ਦਿੰਦਾ ਹੁੰਦਾ ਕਿ ਭਾਈ ਰਸਤਾ ਸਾਫ਼ ਹੈ। ਤਾਂ ਮੈਂ ਇਹਨੂੰ ਇਸ਼ਾਰਾ ਹੀ ਸਮਝਦਾ ਕਿ ਪਰਮਾਤਮਾ ਵੱਲੋਂ ਰਸਤਾ ਸਾਫ਼ ਹੈ, ਸਾਰਿਆਂ ਨੂੰ ਡਟ ਕੇ ਅੱਗੇ ਚੱਲਣਾ ਚਾਹੀਦਾ ਹੈ। ਬਾਕੀ ਵੱਡੇ ਸੰਘਰਸ਼ਾਂ ਵਿੱਚ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ, ਕੁਰਬਾਨੀਆਂ ਤੋਂ ਡਰਨਾ ਨਹੀਂ ਚਾਹੀਦਾ, ਸਾਵਧਾਨ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਬਹੁਤ ਹੀ ਜਾਬਤਾ ਰੱਖਣਾ ਜ਼ਰੂਰੀ ਹੈ। ਨੌਜਵਾਨਾਂ ਨੂੰ ਤੁਹਾਡਾ ਬਿੱਲ ਜਿਹੜੇ ਹੁਣ ਲਾਜ਼ ਹੀ ਹੋ ਚੁੱਕੇ ਆ, ਉਹਨਾਂ ਨੂੰ ਲੈ ਕੇ ਤੁਹਾਡਾ ਕੀ ਓਪੀਨੀਅਨ ਹੈ ਡਾਕਟਰ ਸਾਹਿਬ? ਇਹਦੇ ਵਿੱਚੋਂ ਕੱਖ ਵੀ ਨਹੀਂ ਸਾਡੇ ਕੰਮ ਦਾ ਹੈਗਾ। ਸੋ ਇਸ ਕਰਕੇ ਮੈਂ ਆਪਣੀ ਨਿੱਜੀ ਮੇਰੀ ਜ਼ਮੀਰ ਦੀ ਆਵਾਜ਼ ਹੈ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਹੈ ਕਿ ਤੁਰੰਤ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣ ਤੇ ਭਾਰਤ ਵਿੱਚ ਖੁਸ਼ੀ ਦਾ ਮਾਹੌਲ ਇੱਕਦਮ ਖਿੜ ਜਾਵੇ। ਤਾਂ ਮਤਲਬ ਤੁਸੀਂ ਇੱਕ ਤਰੀਕੇ ਦੇ ਨਾਲ ਇਹ ਕਹੀਏ ਕਿ ਕਿਸਾਨਾਂ ਦੀ ਸਪੋਰਟ ਦੇ ਵਿੱਚ ਇਹ ਅਵਾਰਡ ਵਾਪਸ ਕਰ ਰਹੇ ਹੋ? ਬਿਲਕੁਲ ਜੀ, ਮੈਂ ਕਿਸਾਨਾਂ ਦੀ ਸਪੋਰਟ ਵਿੱਚ, ਆਪਣੇ ਦੇਸ਼ ਦੀ ਸਪੋਰਟ ਵਿੱਚ, ਕਿਸਾਨਾਂ ਤੋਂ ਪਹਿਲਾਂ ਮੇਰਾ ਭਾਰਤ ਹੈ, ਭਾਰਤ ਤੋਂ ਬਾਅਦ ਮੇਰੇ ਕਿਸਾਨ ਨੇ ਤੇ ਮੇਰੀ ਸਾਰੀ ਪ੍ਰਜਾ, ਮੇਰੇ ਜਿਹੜੇ ਅਸੀਂ ਇੱਥੇ ਰਹਿੰਦੇ ਆ, ਇਹ ਸਾਰਿਆਂ ਦੀ ਸਾਂਝੀ ਸਮੱਸਿਆ ਉਹਦੇ ਵਿੱਚ ਉਪਜ ਜਾਣੀ ਹੈ। ਇਸ ਕਰਕੇ ਮੈਂ ਆਪਣੇ ਭਾਰਤ ਦੀ ਪ੍ਰਮੁੱਖਤਾ ਨੂੰ ਦੇਖਦਾ ਹੋਇਆ ਇਹ ਆਪਣੇ ਅੰਦਰੋਂ ਮੇਰੇ ਜੋ ਆਵਾਜ਼ ਆਈ ਹੈ, ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਮੈਂ ਉਹਨੂੰ ਆਪਣੀ ਦ੍ਰਿੜਤਾ ਨਾਲ ਕਹਿਣ ਦਾ ਯਤਨ ਕੀਤਾ। ਅੱਛਾ, ਜਿਹੜਾ ਤੁਹਾਨੂੰ ਅਵਾਰਡ ਮਿਲਿਆ ਸੀਗਾ ਉਹਦੇ ਬਾਰੇ ਥੋੜਾ ਦੱਸੋਗੇ ਕਿ ਉਹ ਕਿਸ ਚੀਜ਼ ਤੇ ਤੁਹਾਡੀ ਰਿਸਰਚ ਹੈ, ਕਿਵੇਂ ਉਹਦਾ ਫਾਇਦਾ ਕਿਸਾਨਾਂ ਨੂੰ ਹੋ ਸਕਦਾ ਹੈ? ਦੇਖੋ ਜੀ, ਉਹ ਬੜੀ ਮਹੱਤਵਪੂਰਨ ਗੱਲ ਹੈ ਕਿ ਇਸ ਵੇਲੇ ਤੁਸੀਂ ਇਹ ਸੁਣਿਆ ਹੋਣਾ ਕਿ ਹਰੀ ਕ੍ਰਾਂਤੀ ਦੇ ਨਾਲ ਸਾਡਾ ਵਾਤਾਵਰਨ ਖਰਾਬ ਹੋਇਆ। ਉਹਦੇ ਵਿੱਚ ਕੀ ਹੋਇਆ? ਹਰੀ ਕ੍ਰਾਂਤੀ ਦੇ ਵਿੱਚ ਅਸੀਂ ਖਾਦਾਂ ਦੀ ਵਰਤੋਂ ਲਈ ਕੈਮੀਕਲਸ ਦਾ ਸਹਾਰਾ ਲਿਆ, ਪਰ ਜਦੋਂ ਮੈਨੂੰ ਯਾਦ ਹੈ ਸਾਡੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਜਦੋਂ ਸਾਡੇ ਕੋਲੇ ਖਾਦਾਂ ਆਈਆਂ ਤਾਂ ਸਾਡਾ ਕਿਸਾਨ ਖੇਤ ਵਿੱਚ ਖਾਦ ਪਾਉਣ ਲਈ ਰਾਜ਼ੀ ਨਹੀਂ ਸੀ ਹੁੰਦਾ। ਉਹਨੂੰ ਖਾਦਾਂ ਮੁਫਤ ਦਿੱਤੀਆਂ ਗਈਆਂ, ਮੁਫਤ ਖਾਦਾਂ ਲੈ ਕੇ ਪਾਉਣ ਲੱਗਿਆ। ਉਹਨੇ ਦੇਖਿਆ ਵੀ ਝਾੜ ਵੱਧਦੇ ਨੇ ਤੇ ਉਹਨੇ ਫਿਰ ਜੋ ਮੱਕੇ ਅੱਖਾਂ ਮੀਚੀਆਂ ਤੇ ਧੜਾ ਖਾਦ ਪਾਉਣੀ ਸ਼ੁਰੂ ਕੀਤੀ। ਤੇ ਫਿਰ ਉਹਨੇ ਦੇਖਿਆ ਨਹੀਂ ਖਾਦ ਦੀ ਲੋੜ ਕਿੰਨੀ ਕੁ ਸੀ, ਉਹਨੇ ਬੇਤਹਾਸ਼ਾ ਖਾਦ ਵਰਤਣੀ ਸ਼ੁਰੂ ਕਰ ਲਈ। ਉਹਨੇ ਦੇਖਿਆ ਨਹੀਂ ਰਸਾਇਣਾਂ ਦੀ ਵਰਤੋਂ ਕਿੰਨੀ ਕੁ ਸੀ। ਸਾਨੂੰ ਡਾਕਟਰ ਦਵਾਈ ਦਿੰਦਾ ਵੀ ਆ ਸਵੇਰੇ ਸ਼ਾਮ ਲੈਣੀ ਹੈ ਨਾ, ਆ ਇੱਕ ਟਾਈਮ ਹੀ ਲੈਣੀ ਹੈ। ਹੁਣ ਜਿਹੜੀ ਦਵਾਈ ਇੱਕ ਟਾਈਮ ਲੈਣ ਨੂੰ ਕਿਹਾ ਉਹਨੂੰ 3 ਟਾਈਮ ਲੈਣਾ ਸ਼ੁਰੂ ਕਰ ਲਈਏ ਤਾਂ ਬੇਵਕੂਫੀ ਹੈ ਨਾ। ਤੇ ਅਸੀਂ ਆਪਣੀ ਜ਼ਮੀਨ ਦੇ ਆਪਣੀ ਮਾਂ ਨੂੰ ਉਹ ਦਵਾਈਆਂ ਬੇਲੋੜੀਆਂ ਦੇਣੀਆਂ ਸ਼ੁਰੂ ਕੀਤੀਆਂ। ਸੋ ਜਿਹੜੀ ਮੇਰੀ ਖੋਜ ਹੈ, ਮੈਂ ਸਾਈਟ ਸਪੈਸੀਫਿਕ ਨਿਊਟ੍ਰੀਐਂਟ ਮੈਨੇਜਮੈਂਟ ਤੇ ਕੰਮ ਕਰਦਾ। ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀਆਂ ਦੇ ਨਾਲ ਮੈਂ ਜਦੋਂ ਇਹਨਾਂ ਵਿਸ਼ਿਆਂ ਤੇ ਕੰਮ ਕੀਤਾ ਤਾਂ ਮੈਂ ਦੇਖਿਆ ਦੁਨੀਆ ਦੇ ਵੱਡੇ ਵੱਡੇ ਦੇਸ਼ ਲੋੜ ਅਨੁਸਾਰ ਯੂਰੀਆ ਦੀ ਵਰਤੋਂ ਕਰਦੇ ਨੇ, ਪਰ ਜਿਹੜਾ ਸਾਡਾ ਭਾਰਤ ਦੇਸ਼ ਹੈ, ਸਾਡਾ ਕਿਸਾਨ ਰੰਗ ਦੇਖ ਕੇ ਖਾਦ ਪਾਈ ਜਾਂਦਾ ਔਰ ਆਪਣੀ ਫਸਲ ਨੂੰ ਵੱਧ ਤੋਂ ਵੱਧ ਗੂੜਾ ਰੱਖਣ ਦੀ ਕੋਸ਼ਿਸ਼ ਕੀਤਾ। ਤਾਂ ਇਹ ਦੁਨੀਆ ਵਿੱਚ ਪਹਿਲਾਂ ਵੀ ਇਹਦੇ ਉੱਤੇ ਲੋਕ ਵਿਦਵਾਨ ਸਾਇੰਟਿਸਟ ਕੰਮ ਕਰਦੇ ਸਨ ਕਿ ਇਹ ਰੰਗ ਦੇਖ ਕੇ ਖਾਦ ਕਿਵੇਂ ਪਾਈ ਜਾ ਸਕਦੀ ਹੈ। ਇਹਦੇ ਉੱਤੇ ਕੁਝ ਕੰਮ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਨੇ ਕੀਤਾ ਸੀ, ਪਰ ਉਸ ਤੋਂ ਬਾਅਦ ਉਹ ਕੰਮ ਠੰਡਾ ਹੋ ਗਿਆ, ਉਹਨਾਂ ਨੇ ਵੀ ਇਸ ਕੰਮ ਨੂੰ ਅੱਗੇ ਨਹੀਂ ਵਧਾਇਆ। ਤੇ ਮੈਨੂੰ ਇੱਕ ਅਵਾਰਡ ਮਿਲਿਆ ਸੀ, ਇਹਦੇ 'ਚ ਮੈਂ ਫਿਲੀਪਾਈਨਸ ਗਿਆ ਸਾਂ ਤੇ ਫਿਲੀਪਾਈਨ ਜਾ ਕੇ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਵਿੱਚ ਮੈਂ ਉਹਨਾਂ ਵਿਗਿਆਨੀਆਂ ਨੂੰ ਮਿਲਿਆ, ਮੈਨੂੰ ਉਤਸ਼ਾਹ ਮਿਲਿਆ। ਉੱਥੋਂ ਆ ਕੇ ਮੈਂ ਪੰਜਾਬ ਦੇ ਵਿੱਚ ਉਸ ਕੰਮ ਨੂੰ ਬੜੇ ਜ਼ੋਰ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਜੋ
ਅੰਤਰਰਾਸ਼ਟਰੀ ਚੌਲ ਖੋਜ ਸੰਸਥਾ ਹੈ, ਉਹਨੂੰ ਅਸੀਂ ਕਹਿੰਦੇ ਆ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ, ਉਹਨਾਂ ਨੇ ਚੌਲ ਤੇ ਕੰਮ ਕੀਤਾ ਸੀ ਤੇ ਮੈਂ ਇੱਥੇ ਆ ਕੇ ਫਿਰ ਕਣਕ ਤੇ ਕੰਮ ਕੀਤਾ, ਮੱਕੀ ਤੇ ਕੰਮ ਕੀਤਾ, ਕਪਾਹ ਤੇ ਕੰਮ ਕੀਤਾ ਤੇ ਇਹਨਾਂ ਸਾਰਿਆਂ ਦੇ ਵਿੱਚ ਜੋ ਉਹਨਾਂ ਨੇ ਵਿਧੀ ਉੱਥੇ ਬਣਾਈ ਸੀ ਉਹ ਵਿਧੀ ਸਾਡੇ ਪੰਜਾਬ ਦੇ ਵਿੱਚ ਇੰਡੀਆ 'ਚ ਲਾਗੂ ਨਹੀਂ ਸੀ ਹੁੰਦੀ। ਮੈਂ ਉਹਨਾਂ ਦੀ ਬਣਾਈ ਹੋਈ ਵਿਧੀ ਨੂੰ ਵੀ ਇੱਥੇ ਆ ਕੇ ਤਬਦੀਲ ਕੀਤਾ ਤਾਂ ਕਿ ਸਾਡੇ ਪੰਜਾਬ ਵਿੱਚ ਉਹਨੂੰ ਇੰਡੀਆ 'ਚ ਕਿਵੇਂ ਵਰਤਿਆ ਜਾਵੇ। ਤੋਂ ਜਿਹੜਾ ਮੈਂ ਕਣਕ ਵਿੱਚ ਕੰਮ ਕੀਤਾ, ਮੱਕੀ 'ਚ ਕੀਤਾ, ਕਪਾਹ 'ਚ ਕੀਤਾ, ਉਹ ਸਾਡਾ ਬਿਲਕੁਲ ਮੌਲਿਕ ਕੰਮ ਹੈ ਤੇ ਉਹਦੇ ਨਾਲ ਹੁਣ ਕਿਸਾਨ ਜਿਹੜਾ ਹੈ ਲੋੜ ਮੁਤਾਬਕ ਫਸਲ ਦਾ ਰੰਗ ਦੇਖ ਕੇ ਇਹ ਪਤਾ ਲਗਾ ਸਕਦਾ ਕਿ ਫਸਲ ਨੂੰ ਕਿੰਨੀ ਖਾਦ ਪਾਉਣੀ ਹੈ ਤੇ ਉਹ ਜੇ ਵਿਧੀ ਅਪਣਾ ਲਈ ਜਾਵੇ ਤਾਂ ਸਾਡੇ ਪੰਜਾਬ ਦੇ ਵਿੱਚ ਹਰ ਸਾਲ 750 ਕਰੋੜ ਰੁਪਏ ਦੀ ਬਚਤ ਹੁੰਦੀ ਹੈ ਕੱਲੀ ਯੂਰੀਆ ਦੀ। ਤੇ ਇਹ ਯੂਰੀਆ ਦੀ ਬਚਤ ਹੋ ਜਾਣ ਦੇ ਨਾਲ ਅਰਬਾਂ ਰੁਪਏ ਦੇ ਰਸਾਇਣਾਂ ਦੀ ਬਚਤ ਹੋ ਜਾਣੀ ਹੈ, ਇਨਸੈਕਟੀਸਾਈਡ, ਪੈਸਟੀਸਾਈਡ। ਫਿਰ ਇਹ ਸਾਰੀ ਬਚਤ ਦੇਖੋ ਜੋ ਕੁੱਲ ਕਰੋਗੇ ਇਹ ਪੰਜਾਬ ਦੀ ਬਚਤ ਹੀ ਖਰਬਾਂ ਤੱਕ ਪਹੁੰਚ ਜਾਣੀ ਹੈ। ਕਿਸਾਨ ਅਕਸਰ ਉਹ ਝਾੜ ਦਾ ਜਿਹੜਾ ਰਿਸਕ ਫੈਕਟਰ ਹੁੰਦਾ ਉਹਨੂੰ ਘਟਣ ਦਾ, ਉਹਦੇ ਤੇ ਆ ਜਾਂਦਾ ਫਿਰ ਉਹ ਵੀ ਮੈਂ ਯੂਰੀਆ ਤਾਂ ਘਟਾ ਦਾਂ ਪਰ ਕਿਤੇ ਮੇਰਾ ਝਾੜ ਨਾ ਘਟ ਜੇ। ਤੁਸੀਂ ਬਹੁਤ ਵਧੀਆ ਗੱਲ ਕਰਦੇ ਹੋ, ਲੱਗਦਾ ਕਿਸਾਨੀ ਨਾਲ ਜੁੜੇ ਹੋਏ ਹੋ। ਇਹ ਡਰ ਕਿਸਾਨ ਦੇ ਮਨ ਵਿੱਚ ਹੈ, ਬੜਾ ਭਰਮ ਹੈ ਤੇ ਭਰਮ ਕੱਢਣਾ ਬੜਾ ਔਖਾ। ਮੈਨੂੰ ਪਤਾ, ਮੈਂ ਨਿੱਤੇ ਹੀ ਕੰਮ ਕਰਦਾ, ਕਿਸਾਨ ਦਾ ਭਰਮ ਨਹੀਂ ਨਿਕਲਦਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਮੈਂ ਇੱਕ ਪਿੰਡ ਅਡਾਪਟ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਇੱਕ ਅਸੀਂ NGO ਚਲਾ ਰਹੇ ਹਾਂ ਆਤਮ ਪ੍ਰਕਾਸ਼। ਸੋ ਆਤਮ ਪ੍ਰਕਾਸ਼ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਸੀਂ ਰਾਏਕੋਟ ਦੇ ਨੇੜੇ ਪਿੰਡ ਹੈ ਬੱਸੀਆਂ, ਉਹ ਪਿੰਡ ਅਸੀਂ ਅਡਾਪਟ ਕੀਤਾ ਤੇ ਅਸੀਂ ਉੱਥੇ 3 ਸਾਲ ਕੰਮ ਕਰਦੇ ਰਹੇ। ਕਿਸਾਨਾਂ ਨੂੰ ਸਭ ਦੱਸਿਆ, ਭਾਸ਼ਣ ਵੀ ਕੀਤੇ, ਗੱਲਬਾਤ ਵੀ ਕੀਤੀ, ਤੁਹਾਡੇ ਵਾਲੀ ਗੱਲ ਮੰਨਦਾ ਹੀ ਨਹੀਂ। ਫਿਰ ਅਸੀਂ ਚੌਥੇ ਸਾਲ ਕਿਹਾ ਵੀ ਐਂ ਕਰਦੇ ਹਾਂ ਵੀ ਇਹਨਾਂ ਦੇ ਪਿੰਡ ਦੇ ਨਾ 10 ਕਿਸਾਨਾਂ ਦੇ ਇਸ ਗੱਲ ਨੂੰ ਕਰਕੇ ਦਿਖਾਉਨੇ ਆ। ਅਸੀਂ ਉੱਥੇ ਕਰਕੇ ਦਿਖਾਇਆ ਤੇ ਹੋਇਆ ਕਿ ਇੱਕ ਪਾਸੇ ਕਿਸਾਨ ਨੇ ਆਪਣੀ ਮਰਜ਼ੀ ਨਾਲ ਖਾਦ ਪਾਈ, ਇੱਧਰ ਅਸੀਂ ਪਾਈ। ਸਾਡੇ ਕੋਲੇ ਬਹੁਤੇ ਕਿਸਾਨਾਂ ਦੇ ਇੱਕ ਪਾਸੇ 75 ਕਿਲੋ ਯੂਰੀਆ ਪਾਈ, ਇੱਕ ਪਾਸੇ 150 ਪਾਈ, ਬਰਾਬਰ ਦੇ ਝਾੜ ਆ ਗਏ। ਤੇ ਇੱਕ ਦੋ ਕਿਸਾਨ ਇਹੋ ਜਿਹੇ ਸੀਗੇ ਉਹਨਾਂ ਨੇ 50 ਕਿਲੋ ਯੂਰੀਆ ਪਾਈ ਤੇ ਝਾੜ 150 ਕਿਲੋ ਦੇ ਬਰਾਬਰ ਆ ਗਏ। ਉਹ ਹੱਥ ਲਾ ਕੇ ਦੇਖਣ ਵੀ ਇਹ ਹੋਇਆ ਕੀ ਹੈ। ਮੈਂ ਕਿਹਾ ਭਰਾ ਖਾਦ ਤਾਂ ਤੁਸੀਂ ਪਾਈ ਆ ਰਾਤ ਨੂੰ ਤੁਹਾਡੀਆਂ ਪੈੜੀਆਂ 'ਚ, ਮੈਂ ਤਾਂ ਨਹੀਂ ਪਾ ਗਿਆ ਆ ਕੇ। ਤੇ ਕਹਿੰਦੇ ਹੋਇਆ ਕਿਵੇਂ? ਮੈਂ ਕਿਹਾ ਇਹ ਮੈਂ ਤੁਹਾਨੂੰ ਕਹੀ ਜਾਂਦਾ ਸੀ, ਇਹਨੂੰ ਕਰਕੇ ਤਾਂ ਦੇਖੋ। ਅਗਲੇ ਸੀਜ਼ਨ ਦੇ ਵਿੱਚ 90 ਕਿਸਾਨਾਂ ਨੇ ਲਾ ਲਿਆ, ਅਗਲੇ 'ਚ ਸਾਰਿਆਂ ਨੇ ਲਾ ਲਿਆ। ਔਰ ਉਸ ਪਿੰਡ ਵਿੱਚ ਪੰਜਾਬ ਸਰਕਾਰ ਦੇ ਡਾਇਰੈਕਟਰ ਖੇਤੀਬਾੜੀ ਉੱਥੇ ਆਪ ਚੱਲ ਕੇ ਆਏ। ਉਸ ਪਿੰਡ ਵਿੱਚ ਖੇਤੀਬਾੜੀ ਵਿਭਾਗ ਗੁਜਰਾਤ ਦੇ ਕਿਸਾਨ ਆਏ, ਉੱਥੇ ਖੇਤੀਬਾੜੀ ਵਿਭਾਗ ਹਰਿਆਣਾ ਦੇ ਉੱਥੇ ਅਧਿਕਾਰੀ ਗਏ, ਉਹਨਾਂ ਨੇ ਹਰਿਆਣੇ 'ਚ ਕੈਂਪ ਲਾਏ। ਮੈਂ ਹਰਿਆਣੇ ਵਿੱਚ ਵੀ 4 ਕੈਂਪ ਲਾ ਕੇ ਗਿਆ। ਸੋ ਕਿਸਾਨ ਨੂੰ ਦੱਸੀਏ ਵੀਰ ਮੰਨਦਾ, ਉਹ ਕਿਸਾਨਾਂ ਨੇ ਉਸ ਸਾਲ ਪਿੰਡ ਬੱਸੀਆਂ ਰਾਏਕੋਟ ਦੇ ਨੇੜੇ ਪਿੰਡ ਹੈ, 15 ਲੱਖ ਰੁਪਈਆ ਇਸ ਪਿੰਡ 'ਚੋਂ ਬਚਾਇਆ। ਤੇ ਉਹ ਕਿਸਾਨ ਹੁਣ ਖੁਸ਼ ਨੇ। ਕੁਝ ਹੁੰਦੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਨਹੀਂ ਮੰਨਦੇ, ਉੱਥੇ ਵੀ ਦਾਣੇ ਹੈਗੇ ਨੇ ਇੱਦਾਂ ਦੇ ਕਈ ਜਿਹੜੇ ਕਿ ਉਹ ਦਾਣੇ ਉਹ ਨੇ ਜਿਹੜੇ ਆਪ ਖੇਤ 'ਚ ਨਹੀਂ ਵੜਦੇ, ਭਈਆਂ ਤੋਂ ਕੰਮ ਕਰਾ ਲੈਂਦੇ ਨੇ। ਉਹਨਾਂ ਦੇ ਮੱਤ ਵਿੱਚ ਅਜੇ ਵੀ ਨਹੀਂ ਗੱਲ ਬੜੀ, ਪਰ ਅੱਧੇ ਤੋਂ ਵੱਧ ਪਿੰਡ ਇਹੋ ਜਿਹਾ। ਮੈਨੂੰ ਅੱਜ ਵੀ ਜਦੋਂ ਮੇਰੀ ਸਵੇਰੇ ਖਬਰ ਲੱਗੀ, ਅੱਧੇ ਪਿੰਡ ਨੇ ਮੈਨੂੰ ਫੋਨ ਕੀਤਾ ਵੀ ਮਹਾਰਾਜ ਤੁਸੀਂ ਆਹ ਬੜਾ ਵੱਡਾ ਕੰਮ ਕੀਤਾ, ਸਾਡੇ ਪਿੰਡ ਦੀ ਖਾਦ ਤਾਂ ਬਚਾਈ ਹੋਈ ਬਚਾਈ ਆ। ਹੁਣ ਤੁਹਾਡੀ ਗੱਲ ਸਾਰੇ ਸੰਸਾਰ ਦੇ ਵਿਗਿਆਨੀਆਂ ਤੱਕ ਪਹੁੰਚ ਜਾਣੀ ਹੈ। ਸੋ ਮੈਂ ਤੁਹਾਨੂੰ ਕਹਿਣਾ, ਜਿਹੜੇ ਕਿਸਾਨ ਨੂੰ ਸ਼ੱਕ ਹੋਵੇ, ਪਿੰਡ ਬੱਸੀਆਂ ਦੇ ਵਿੱਚ ਇੱਕ ਸਕੂਲ ਹੈ, ਉਹ ਸਕੂਲ ਨੇ ਸਾਡੀ ਬਹੁਤ ਸਹਾਇਤਾ ਕੀਤੀ ਹੈ ਜੀ। ਸਕੂਲ ਦਾ ਨਾਂ ਹੈਗਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ। ਉਹਨਾਂ ਦੇ ਡਾਇਰੈਕਟਰ ਨੇ ਮਹਿੰਦਰ ਸਿੰਘ। ਪਿੰਡ 'ਚ ਬੜਾ ਵੱਡਾ ਸਕੂਲ ਹੈ, 45 ਪਿੰਡਾਂ ਦੇ ਬੱਚੇ ਉੱਥੇ ਪੜ੍ਹਦਾ। ਮੈਂ ਕਿਹਾ ਲਗਭਗ, ਜੇ ਮੈਂ ਗਲਤ ਨਾ ਹੋਵਾਂ, 1200-1300 ਬੱਚਾ ਉਹਨਾਂ ਕੋਲ ਪੜ੍ਹਦਾ। ਉਹਨਾਂ ਦੇ ਡਾਇਰੈਕਟਰ ਕੋਲ ਚਲੇ ਜਾਓ, ਤੁਹਾਨੂੰ ਪਿੰਡ ਦੇ ਕਿਸਾਨਾਂ ਨਾਲ ਮਿਲਾ ਦੇਣਗੇ, ਜਾ ਕੇ ਆਪ ਗੱਲ ਕਰ ਲਿਓ। ਪਿੰਡ ਬੱਸੀਆਂ ਨੇ ਕਰਕੇ ਵੇਖ ਲਿਆ। ਵੀਰੋ ਮੈਂ ਹੱਥ ਬੰਨ੍ਹ ਕੇ ਪੰਜਾਬ ਦੀ ਕਿਸਾਨੀ ਨੂੰ ਬੇਨਤੀ ਕਰਦਾ, ਇਹੋ ਜਿਹੀ ਵਿਧੀ ਹੈ, ਤੁਹਾਡਾ ਇੱਕ ਸਟਾਂਕ ਝਾੜ ਨਹੀਂ ਘਟੂਗਾ, ਇੱਕ ਸਟਾਂਕ ਵੀ। ਮੈਂ ਛਾਤੀ ਤੇ ਹੱਥ ਰੱਖ ਕੇ ਗੱਲ ਕਹਿ ਸਕਦਾ, ਕਿਉਂਕਿ ਮੈਂ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਗਭਗ 700 ਤੋਂ ਵੱਧ ਤਜਰਬੇ ਆਪਣੇ ਹੱਥੀਂ ਕੀਤੇ ਹੈ। ਕਹਿਣ ਦੀ ਗੱਲ ਹੁੰਦੀ ਹੈ 700 ਤਜਰਬੇ। ਇੰਨੇ ਤਜਰਬਿਆਂ ਦਾ ਨਿਚੋੜ ਇਹ ਹੈ ਕਿ ਇਸ ਵਿਧੀ ਨਾਲ ਕਦੀ ਵੀ ਝਾੜ ਨਹੀਂ ਘਟਦਾ। ਤੇ ਇੱਕ ਗੱਲ ਹੋਰ, ਇਹ ਵਿਧੀ ਖਾਦ ਘਟਾਉਣ ਦੀ ਵਿਧੀ ਨਹੀਂ ਹੈ, ਇਹ ਵਿਧੀ ਲੋੜ ਅਨੁਸਾਰ ਖਾਦ ਪਾਉਣ ਦੀ ਹੈ। ਜਿੱਥੇ ਪੈਲੀਆਂ ਮਾੜੀਆਂ ਹੁੰਦੀਆਂ ਨੇ ਉੱਥੇ ਇਹ ਵਿਧੀ ਆਪਣੇ ਆਪ ਖਾਦ ਨੂੰ ਵਧਾ ਦਿੰਦੀ ਹੈ, ਜਿੱਥੇ ਚੰਗੀਆਂ ਉੱਥੇ ਘਟਾ ਦਿੰਦੀ ਹੈ। ਸੋ ਇਹ ਨਾ ਸੋਚੋ ਵੀ ਯੂਰੀਆ ਥੋੜੀ ਘਟਾਈ ਜਾਣੀ ਹੈ। ਪਿਆਰ ਵਾਲਿਓ, ਮੇਰਾ ਇਹ ਪ੍ਰਵਾਨ ਕਰ ਲੈਣਾ ਸੁਨੇਹਾ, ਸਾਡਾ ਜਿਹੜਾ ਪੀਣ ਵਾਲਾ ਪਾਣੀ ਹੈ ਨਾ, ਉਹ 'ਚ ਨਾਈਟ੍ਰੇਟ ਦੀ ਮਾਤਰਾ ਬਹੁਤ ਵੱਧ ਰਹੀ ਹੈ। 1970 ਦੇ ਵਿੱਚ ਇਹ 0.5 ppm ਸੀਗਾ,
ਮਤਲਬ ਕਿ 1 ਲੀਟਰ ਦੇ ਵਿੱਚ ਅੱਧਾ ਮਿਲੀਗ੍ਰਾਮ ਸੀਗਾ ਤੇ ਅੱਜ ਇਹ 1 ਲੀਟਰ ਵਿੱਚ 5 ਮਿਲੀਗ੍ਰਾਮ ਤੋਂ ਵੱਧ ਚੁੱਕਿਆ ਹੋਇਆ ਤੇ ਕਈ ਥਾਵਾਂ ਤੇ 7-8 ppm ਤੱਕ ਵੀ ਹੈਗਾ। ਤੇ ਕਿਸਾਨ ਵੀਰੋ, WHO ਇਹ ਕਹਿੰਦਾ ਹੈ ਕਿ 10 ppm ਤੋਂ ਜਦੋਂ ਵੱਧ ਨਾਈਟ੍ਰੇਟ ਹੋ ਗਿਆ ਤੇ ਉਸ ਤੋਂ ਬਾਅਦ ਸਾਡਾ ਪਾਣੀ ਪੀਣ ਯੋਗ ਨਹੀਂ ਰਹਿਣਾ। ਹਰਿਆਣੇ ਦੇ ਵਿੱਚ ਕਿਸਾਨ ਬਹੁਤ ਜ਼ਿਆਦਾ ਪੰਜਾਬ ਤੋਂ ਵੱਧ ਖਾਦ ਪਾਉਂਦੇ ਆ ਤੇ ਹਰਿਆਣੇ ਦੇ ਪਾਣੀਆਂ ਵਿੱਚ ਨਾਈਟ੍ਰੇਟ ਦੀ ਮਾਤਰਾ ਪੰਜਾਬ ਤੋਂ ਵੱਧ ਹੈ। ਸੋ ਹਰਿਆਣੇ ਨੂੰ ਬਹੁਤ ਖਤਰਾ ਹੈ ਕਿਉਂਕਿ ਹਰਿਆਣੇ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਉਹ ਪੰਜਾਬ ਤੋਂ ਵੱਧ ਨੇ। ਅਸੀਂ 120 ਕਿਲੋ ਨਾਈਟ੍ਰੋਜਨ ਕਹਿ ਰਹੇ ਆ ਪਰ ਹੈਕਟੇਅਰ, ਹਰਿਆਣਾ ਦਾ ਖੇਤੀਬਾੜੀ ਯੂਨੀਵਰਸਿਟੀ 150 ਕਹਿੰਦੀ ਹੈ, ਇਹ 30 ਕਿਲੋ ਵਧਾ ਕੇ ਕਹਿੰਦੀ ਹੈ ਤੇ ਇਹ 150 ਕਹਿੰਦੀ ਹੈ, ਕਿਸਾਨ 200 ਪਾ ਲੈਂਦਾ। ਪੰਜਾਬ ਖੇਤੀਬਾੜੀ 120 ਕਹਿੰਦੀ ਹੈ, ਉਹ 180 ਪਾ ਲੈਂਦਾ। ਸੋ ਇਹ ਵੀ ਇਹ ਥੋੜਾ ਜਿਹੜਾ ਨਾ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ ਤੇ ਮੈਂ ਸਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ, ਮੇਰਾ ਕਦੀ ਸਹਿਯੋਗ ਲੈਣਾ ਹੋਵੇ ਮੈਂ ਤੁਹਾਡਾ ਵਿਗਿਆਨਿਕ ਤੌਰ ਤੇ ਜਿਹੜਾ ਆਪਣਾ ਸਹਿਯੋਗ ਦੇ ਸਕਦਾ। ਮੈਂ ਕੋਈ ਪੋਲੀਟੀਕਲ ਆਦਮੀ ਨਹੀਂ ਆ, ਹੋਰ ਸ਼ਾਇਦ ਮੈਂ ਤੁਹਾਡਾ ਕਿਸੇ ਤਰ੍ਹਾਂ ਦੀ ਹੈਲਪ ਨਾ ਕਰ। ਜਦੋਂ ਕੱਲ ਤੁਸੀਂ ਵਾਪਸ ਨਹੀਂ ਮਤਲਬ ਨਾ ਕੀਤੀ ਹੈ, ਡਿਨਾਈ ਕੀਤਾ ਅਵਾਰਡ ਲੈਣ ਤੋਂ, ਤਾਂ ਉਸ ਵਕਤ ਉੱਥੇ ਜੋ ਮੰਚ ਤੇ ਸੀ ਲੋਕ ਮੌਜੂਦ, ਉਹਨਾਂ ਨੇ ਤੁਹਾਨੂੰ ਫੋਰਸ ਨਹੀਂ ਕੀਤਾ ਜਾਂ ਇਹ ਫੀਲ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਗਲਤ ਕਰ ਰਹੇ ਹੋ, ਔਰ ਤੁਹਾਡਾ ਕੀ ਰਿਐਕਸ਼ਨ? ਦੇਖੋ ਜੀ, ਪੜ੍ਹੇ ਲਿਖੇ ਲੋਕਾਂ ਦਾ ਇਕੱਠ ਸੀਗਾ। ਪੜ੍ਹੇ ਲਿਖੇ ਲੋਕ ਜਦੋਂ ਰਿਐਕਟ ਕਰਦੇ ਆ ਇੰਟੈਲੀਜੈਂਟਲੀ ਉਹੀ ਰਿਐਕਟ ਕਰਦੇ ਆ ਤੇ ਮੈਂ ਵੀ ਯਤਨ ਕੀਤਾ ਕਿ ਮੈਂ ਵੀ ਇੰਟੈਲੀਜੈਂਟਲੀ ਆਪਣੀ ਗੱਲ ਰੱਖਾਂ ਤੇ ਉਹਨਾਂ ਨੇ ਵੀ ਯਤਨ ਕੀਤਾ ਕਿ ਆਪਣੀ ਗੱਲ ਨੂੰ ਇੰਟੈਲੀਜੈਂਟਲੀ ਹੀ ਰੱਖਣ। ਥੱਲੇ ਬੈਠੇ ਬਹੁਤ ਸਾਰੇ ਵਿਗਿਆਨੀਆਂ ਨੇ ਮੈਨੂੰ ਸੰਬੋਧਨ ਕੀਤਾ कि ऑनरेबल मिनिस्टर खड़े हैं, साहब जी खड़े हैं, आप मना मत करो, ले लो, उनका सत्कार ज़रूरी है। तो मैं भी खड़ो के हथ बन के बेनती की कि मेरे मन च उन्होंने दिल दियाँ ढंगाइयाँ तो सत्कार है पर मेरी ज़मीर जो मैनू अलाउ ना करे, मैं जहर का प्याला नहीं पी सकता, मेरे घर जाके रोटी संघ चो नहीं लंघनी, इस करके मैं इनाम नहीं लै सकता। मैं पूरा समागम उत्थे शामिल रहा। ਸਮਾਗਮ ਖਤਮ ਹੋਣ ਤੋਂ ਬਾਅਦ ਮੈਂ ਮੰਤਰੀ ਸਾਹਿਬ ਦੇ ਕੋਲੇ ਖੜ ਕੇ ਦੁੱਧ ਦਾ ਪਿਆਲਾ ਪੀਤਾ ਤਾਂ ਕਿ ਕੋਈ ਮਨ ਵਿੱਚ ਕੋਈ ਗੱਲ ਹੋਵੇ, ਕੋਈ ਗਿਲਾ ਸ਼ਿਕਵਾ ਹੋਵੇ, ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੋਵੇ। ਮੈਂ ਉੱਥੋਂ ਕੋਈ ਭੱਜ ਕੇ ਨਹੀਂ ਆ ਗਿਆ ਕਿ ਮੈਂ ਟਾਰਗੇਟ ਭੱਜ ਕੇ ਆ ਗਿਆ, ਮੈਂ ਉੱਥੇ ਬੈਠ ਕੇ ਸਾਰਿਆਂ ਨੂੰ ਸੁਣਿਆ। ਉਸ ਤੋਂ ਬਾਅਦ ਟੀ ਬ੍ਰੇਕ ਵਿੱਚ ਮੈਂ ਉਹਨਾਂ ਦੇ ਨਾਲ ਸ਼ਾਮਲ ਰਿਹਾ, ਜਦੋਂ ਸਾਰਿਆਂ ਨੇ ਵਧਾਈ ਲਈ ਮੈਂ ਤਾਂ ਉੱਥੋਂ ਆਇਆ। ਤੇ ਉਸ ਵਕਤ ਬੜੇ ਮਜ਼ੇਦਾਰ ਗੱਲ ਇਹ ਹੋਈ, ਤੁਸੀਂ ਰਿਐਕਸ਼ਨ ਪੁੱਛਿਆ ਨਾ, ਇੱਕ ਵਿਗਿਆਨੀ ਮੇਰੇ ਕੰਨ ਵਿੱਚ ਆ ਕੇ ਕਹਿੰਦਾ, ਪਹਿਲੇ ਬੰਦੇ ਨੇ ਕਿਹਾ ਕਹਿੰਦਾ ਯੂ ਸਪੋਰਟ ਫਾਰਮਰਸ ਐਂਡ ਵੀ ਸਪੋਰਟ ਯੂ। ਉਹ ਡਰਦਿਆ ਸੀਗਾ ਪਰ ਮੇਰੇ ਚਾਹ ਪੀਂਦੇ ਰਹੇ, ਜਦੋਂ ਉਹ ਪੀ ਰਿਹਾ ਮੇਰੇ ਕੋਲੇ ਆ ਕੇ ਮੇਰੇ ਕੰਨ 'ਚ ਕਹਿੰਦਾ, ਡਾਕਟਰ ਸਾਹਿਬ ਯੂ ਸਪੋਰਟ ਫਾਰਮਰਸ ਵੀ ਸਪੋਰਟ ਯੂ। ਉਹ ਆਏਂ ਕਰਕੇ ਪਿੱਠ ਕਰਕੇ ਲੰਘ ਗਿਆ ਵੀ ਇਹ ਮੇਰੇ ਨਾਲ ਗੱਲ ਵੀ ਨਾ ਕਰੇ, ਕੋਈ ਦੇਖ ਨਾ ਲਵੇ। ਮੈਂ ਕਿਤੇ ਹੋਰ ਖੜਾ ਸੀ, ਇੱਕ ਵਿਗਿਆਨੀ ਮੇਰੇ ਕੋਲ ਹੋਰ ਆਇਆ, ਉਹ ਮੈਨੂੰ ਕਹਿੰਦਾ ਵੈਲ ਡਨ, ਓਨਲੀ ਪੰਜਾਬੀਜ਼ ਕੈਨ ਸਪੀਕ ਦਾ ਟਰੁੱਥ। ਮੈਂ ਚਾਹ ਦਾ ਪਿਆਲਾ ਰੱਖਣ ਗਿਆ ਪੀ ਕੇ ਉੱਥੇ, ਤੇ ਇੱਕ ਵਿਗਿਆਨੀ ਮੈਂ ਤੁਰਿਆ ਆਂਦਾ ਮੇਰੇ ਮਗਰ ਹੋਰ ਆ ਗਿਆ। ਉਹ ਕਹਿੰਦਾ ਆਈ ਐਮ ਫਰਮ ਤਾਮਿਲਨਾਡੂ, the farmers in my states they are also protesting, but they are not protesting in the way the farmers in Punjab are protesting. So the last wording ਉਹਨੇ ਮੈਨੂੰ ਕਈ ਗੱਲਾਂ ਕਹੀਆਂ, ਅਖੀਰ ਤੇ ਮੈਨੂੰ ਉਹ ਕਹਿੰਦਾ but our farmers don't have the courage to show mirror to the government, only Punjabis can do. So he also woke up me, so I am proud of that. The audience present in the seminar, although they were not able to speak loudly, but they come to me one by one, convey their regards and best wishes for the sake of country. So ਮੈਨੂੰ ਬਹੁਤ moral support ਮਿਲੀ। ਤੁਸੀਂ ਪ੍ਰਧਾਨ ਮੰਤਰੀ ਹੋਰਾਂ ਨੂੰ ਵੀ ਇੱਕ ਖੱਤ ਲਿਖਿਆ, ਤੁਸੀਂ PIU ਵਾਈਸ ਚਾਂਸਲਰ ਨੂੰ ਵੀ ਖੱਤ ਲਿਖਿਆ, ਉਹਨਾਂ ਦੇ ਵਿੱਚ ਤੁਸੀਂ ਕੀ ਅਪੀਲ ਹੈ ਜਿਹੜੀ ਜਾਂ ਕੀ ਡਿਮਾਂਡ ਹੈ ਜਿਹੜੀ ਰੱਖੀ ਹੈ? ਦੇਖੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਦੇ ਚਰਨਾਂ 'ਚ ਤਾਂ ਮੈਂ ਬੇਨਤੀ ਕੀਤੀ ਸੀਗੀ ਵੀ ਉਹ ਬਹੁਤ ਵੱਡੇ ਵਿਗਿਆਨੀ ਨੇ, ਮੈਂ ਤਾਂ ਇੱਕ ਛੋਟਾ ਜਿਹਾ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗਾ, ਮੇਰੀ ਛੋਟੀ ਜਿਹੀ ਇਕਾਈ ਹੈ ਤੇ ਉਹਨਾਂ ਦੀ ਤਾਂ ਆਵਾਜ਼, ਉਹਨਾਂ ਕੋਲ ਤਾਂ ਮਾਈਕ ਹੀ ਬਹੁਤ ਵੱਡਾ ਹੈ। ਡਾਕਟਰ ਢਿੱਲੋਂ ਬੋਲ ਰਹੇ ਹੁਣ ਤਾਂ ਲੋਕੀ ਖੜ ਕੇ ਸੁਣਦਾ ਵੀ ਢਿੱਲੋਂ ਬੋਲ ਰਿਹਾ। ਸੋ ਮੇਰੀ ਭਾਵਨਾ ਸੀ ਕਿ ਡਾਕਟਰ ਢਿੱਲੋਂ ਬੋਲਣ ਤੇ ਦੁਨੀਆ ਪੱਬਾਂ ਦੇ ਭਾਰ ਤੇ ਖੜ ਕੇ ਸੁਣੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮਾਣਯੋਗ ਪ੍ਰਧਾਨ ਮੰਤਰੀ ਨੂੰ ਕਹਿ ਰਿਹਾ ਕਿ ਸੁਣ ਲਵੋ ਕਿਸਾਨਾਂ ਦੀ ਗੱਲ, ਇਹ ਅੱਤਵਾਦੀ ਨਹੀਂ। ਸੋ ਇਸ ਭਾਵਨਾ ਨਾਲ ਮੈਂ ਪਹਿਲਾਂ ਉਹਨਾਂ ਦੇ ਚਰਨਾਂ 'ਚ ਅਰਜ਼ ਰੱਖੀ ਸੀਗੀ ਤੇ ਉਹਨਾਂ ਨੇ ਮੈਨੂੰ ਰਿਸਪੌਂਡ ਤਾਂ ਨਹੀਂ ਕੀਤਾ, ਪਰ ਉਹਨਾਂ ਦੇ ਰੁਝੇਵੇਂ ਬਹੁਤ ਨੇ, ਕਿਸੇ ਰੁਝੇਵਿਆਂ ਵਿੱਚ ਹੋਣਗੇ ਜ਼ਰੂਰ ਰਿਸਪੌਂਡ ਕਰਨਗੇ। ਸੋ ਉਸ ਤੋਂ ਬਾਅਦ ਮੈਂ ਫਿਰ ਜੋ ਦੂਸਰੀ ਖੱਤ ਜਦੋਂ ਉਹਨਾਂ ਦਾ ਮੈਨੂੰ ਜਵਾਬ ਨਾ ਮਿਲਿਆ ਤਾਂ ਮੇਰੀ ਜ਼ਮੀਰ ਨੇ ਮੈਨੂੰ ਕਿਹਾ ਕਿ ਆਪਣੇ ਹੀ ਪ੍ਰਧਾਨ ਮੰਤਰੀ ਨੇ, ਕੋਈ ਬਾਹਰਲੇ ਥੋੜ੍ਹਾ ਨੇ, ਅਸੀਂ ਉਹਨਾਂ ਦੀ ਪ੍ਰਜਾ ਆ, ਜੇ ਪ੍ਰਜਾ ਆਪਣੇ ਰਾਜੇ ਨਾਲ ਗੱਲ ਨਹੀਂ ਕਰ ਸਕਦੀ ਤਾਂ ਫਿਰ ਪ੍ਰਜਾ ਵੀ ਡੁੱਬ ਕੇ ਮਰ ਜੇ, ਰਾਜਾ ਤਾਂ ਮਰਿਆ ਹੀ ਹੋਇਆ ਪਹਿਲਾਂ ਹੀ, ਪਰ ਜੇ ਰਾਜਾ ਸੁਣ ਲਵੇਗਾ ਤਾਂ ਪ੍ਰਜਾ ਨੂੰ ਵੀ ਮਾਣ ਹੋਵੇਗੀ ਤੇ ਰਾਜੇ ਨੂੰ ਵੀ ਮਾਣ ਹੋਵੇਗਾ। ਸੋ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਧਿਆਨ ਧਰ ਕੇ ਉਹਨਾਂ ਦਾ ਓਟ ਆਸਰਾ ਲੈ ਕੇ ਪ੍ਰਧਾਨ ਮੰਤਰੀ ਦੇ ਨਾਮ ਤੇ ਖੱਤ ਲਿਖਿਆ
ਔਰ ਉਸ ਖੱਤ ਵਿੱਚ ਮੈਂ ਦੋ ਗੱਲਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੀਆਂ ਨੇ। ਪਹਿਲੀ ਤਾਂ ਗੱਲ ਉਹਨੂੰ ਇਹ ਕਹੀ ਹੈ ਕਿ ਆਪਣੀ ਨਾਗਰਿਕਾਂ ਨੂੰ, ਆਪਣੀ ਪ੍ਰਜਾ ਨੂੰ ਅੱਤਵਾਦੀ ਨਾ ਕਹੋ ਤੇ ਨਾ ਕਿਸੇ ਨੂੰ ਕਹਿਣ ਦਿਓ। ਦੂਸਰੀ ਗੱਲ ਮੈਂ ਉਹਨਾਂ ਨੂੰ ਇਹ ਕਹੀ ਹੈ ਕਿ ਅਸੀਂ ਹੋਰ ਕੁਝ ਨਹੀਂ ਮੰਗਦੇ, ਐਵੇਂ ਟਾਈਮ ਖਰਾਬ ਨਾ ਕਰੋ ਪ੍ਰਸਤਾਵ ਲਿਆਉਣ ਦੇ, ਸਮਝੌਤੇ ਦੇ, ਐਵੇਂ ਭਾਂਡੇ ਜੇ ਖੜਕਾਈ ਜਾਂਦੇ ਆ MSP ਦੇ, ਕੱਖ ਨਹੀਂ ਨਿਕਲਣਾ। ਪਾਰਲੀਮੈਂਟ ਵਿੱਚ ਜਾਓ, ਆਪਣੇ ਰਾਮ ਅੱਲਾ ਵਾਹਿਗੁਰੂ ਦਾ ਧਿਆਨ ਰੱਖ ਕੇ, ਜਿਹਨੂੰ ਮੰਨਦੇ ਹੋ, ਭਾਰਤ ਦੀ ਤਰੱਕੀ ਦਾ ਧਿਆਨ ਰੱਖਦਿਆਂ ਸੱਚੇ ਸੁੱਚੇ ਹਿਰਦੇ ਨਾਲ ਕਹਿ ਦੇਵੋ ਕਿ ਅਸੀਂ ਇਹ ਬਿੱਲ ਵਾਪਸ ਲੈਂਦੇ ਆ। ਭਾਰਤ ਦਾ ਸਮੁੱਚਾ ਮਾਹੌਲ ਇੰਨਾ ਪਿਆਰ ਦਾ ਬਣ ਜਾਊਗਾ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਨਾਗਰਿਕ ਦੇ ਮਨ ਵਿੱਚ ਮਾਣਯੋਗ ਨਰਿੰਦਰ ਮੋਦੀ ਜੀ ਲਈ ਕੋਈ ਮਾੜੀ ਭਾਵਨਾ ਰਹਿ ਜਾਵੇਗੀ। ਮਾੜੀ ਭਾਵਨਾ ਤਾਂ ਹੁਣ ਵੀ ਨਹੀਂ ਹੈ, ਪਰ ਆਪਣਾ ਦੁੱਖ ਪ੍ਰਗਟ ਕਰ ਰਹੇ ਨੇ, ਸੋ ਦੁੱਖ ਵੀ ਦੂਰ ਹੋ ਜਾਵੇਗਾ। ਸੋ ਇਹੀ ਭਾਵਨਾ ਮੈਂ ਆਪਣੇ ਉਸ ਰਿਸਪੌਂਡ ਕੀਤਾ ਉਹਨਾਂ ਨੇ ਹਾਲੇ? ਨਹੀਂ, ਮੈਨੂੰ ਪ੍ਰਧਾਨ ਮੰਤਰੀ ਆਫਿਸ ਤੋਂ ਇਦਾਂ ਦਾ ਕੋਈ ਹਜੇ ਰਿਸਪੌਂਸ ਨਹੀਂ ਮਿਲਿਆ, ਪਰ ਕਿ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਸਾਹਿਬਾਨ ਨੇ ਮੈਨੂੰ ਨਿੱਜੀ ਤੌਰ ਤੇ ਕੱਲ ਰਾਤ ਫੋਨ ਜ਼ਰੂਰ ਕੀਤਾ ਸੀਗਾ। ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਆ ਔਰ ਇਹ ਗੱਲ ਮੰਨੀ ਹੈ ਕਿ ਸਾਡੀ ਸਿਆਸਤ ਵਿੱਚ ਵੀ ਇਹੋ ਜਿਹੇ ਬੰਦੇ ਨਹੀਂ ਹੈਗੇ ਜਿਹੜੇ ਡਟ ਕੇ ਗੱਲ ਕਰ ਲੈਣੇ। ਤੂੰ ਗੱਲ ਕਰ ਕਿਵੇਂ ਲਈ? ਮੈਂ ਉਹਨਾਂ ਨੂੰ ਵੀ ਇਹੀ ਜਵਾਬ ਦਿੱਤਾ, ਮੈਂ ਨਹੀਂ ਕੀਤੀ, ਇਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀਤੀ ਹੈ। ਸਿਹਰਾ ਬੰਗਲਾ ਸਾਹਿਬ ਦੀ ਚਰਨਾਂ ਦੀ ਧੂੜ ਨੂੰ ਜਾਂਦਾ। ਸੋ ਉਹਨਾਂ ਨੇ ਮੇਰੇ ਨਾਲ, ਕੈਬਨਿਟ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਕਾਫੀ ਲੰਮੀ ਮੇਰੇ ਨਾਲ ਗੱਲ ਕੀਤੀ ਤੇ ਖੈਰ ਮੈਂ ਉਹਨਾਂ ਨਾਲ ਕਿਸੇ ਵੀ ਪੋਲੀਟੀਕਲ ਗੱਲ ਵਿੱਚ ਆਪਣੇ ਆਪ ਨੂੰ ਇਨਵੋਲਵ ਨਹੀਂ ਕੀਤਾ ਔਰ ਨਾ ਹੀ ਮੈਂ ਕਦੀ ਵੀ ਕਰਾਂਗਾ, ਕਿਉਂਕਿ ਮੇਰਾ ਕਿਸੇ ਵੀ ਪੋਲੀਟੀਕਲ ਧੜੇ ਨਾਲ ਕੋਈ ਲੈਣ ਦੇਣ ਨਹੀਂ। ਮੇਰਾ ਕੰਸਰਨ ਸਿਰਫ ਇੰਨਾ ਹੀ ਹੈ ਕਿ ਮੈਂ ਭੂਮੀ ਵਿਗਿਆਨੀ ਆ, ਮੈਂ ਭੂ ਵਿਗਿਆਨ ਵਿੱਚ ਕੰਮ ਕਰਨਾ ਹੈ, ਕਿਸਾਨਾਂ ਲਈ ਕੰਮ ਕਰਨਾ ਹੈ, ਕਿਸਾਨਾਂ ਲਈ ਸੁਹਾਵਾ ਮਾਹੌਲ ਬਣਾ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਉੱਥੇ ਜਿਹੜੀ ਮੇਰੀ ਭੂਮਿਕਾ ਸੀ ਉਹ ਮੈਂ ਨਿਭਾ ਦਿੱਤੀ ਹੈ। ਇਸ ਤੋਂ ਬਾਅਦ ਮੇਰੇ ਕੋਲੇ ਕੋਈ ਸਮਰੱਥਾ ਨਹੀਂ ਹੈ ਕੁਝ ਕਰਨ ਲਈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਇਸ ਗੱਲਬਾਤ ਦੇ ਲਈ। ਇਹ ਸਨ ਡਾਕਟਰ ਵਰਿੰਦਰਪਾਲ ਸਿੰਘ, ਜਿਹੜੇ ਜ਼ਮੀਨ ਤੇ ਕੰਮ ਕਰਦੇ ਆ। ਜ਼ਮੀਨ ਜਾਂ ਭੂ ਵਿਗਿਆਨੀ, ਅਰਥ ਸਾਇੰਟਿਸਟ ਜਿਹਨੂੰ ਆਪਾਂ ਕਹਿ ਦਿੰਦੇ ਆ, ਜ਼ਮੀਨ ਦੇ ਵਿਗਿਆਨਕ ਨੇ। ਉਹ ਬਾਹਰ ਜਿਹੜੇ ਲੋਕ ਸਟੇਜ ਤੇ ਬੈਠੇ ਆ ਉਹ ਜ਼ਮੀਨ ਦੀ ਨਬਜ਼ ਸਮਝਣ ਵਾਲੇ ਲੋਕ ਨੇ, ਜਿਨ੍ਹਾਂ ਨੂੰ ਅਸੀਂ ਕਿਸਾਨ ਕਹਿ ਦਿੰਦੇ ਆ। ਸੋ ਅੱਜ ਜਦੋਂ ਜ਼ਮੀਨ ਦਾ ਇੱਕ ਵਿਗਿਆਨੀ ਜ਼ਮੀਨ ਤੇ ਵਾਪਰ ਰਿਹਾ ਹੈ ਵਿਗਿਆਨ ਦੇਖ ਕੇ ਕਿਸਾਨਾਂ ਦੇ ਨਾਲ ਖੜਦਾ ਹੈ ਤਾਂ ਇਹ ਵੱਡੀ ਗੱਲ ਹੈ, ਕਿਉਂਕਿ ਖੇਤੀਬਾੜੀ ਵਿਗਿਆਨੀਆਂ ਤੋਂ ਵਧੀਆ ਕੋਈ ਨਹੀਂ ਸ਼ਾਇਦ ਸਮਝ ਸਕਦਾ। ਕੈਮਰਾਮੈਨ ਸੂਰਜ ਰਾਜਪੂਤ ਦੇ ਨਾਲ ਗੁਰਪ੍ਰੀਤ ਸਿੰਘ, ਜਗਬਾਣੀ, ਦਿੱਲੀ।